असलामुअलैकुम जी। हर दिन ਦੇ ਨਾਲ ਇੱਕ ਨਈ ਖਬਰ ਨਈ ਨਿਊਜ਼ ਕਿਸੇ ਨਾ ਕਿਸੇ ਕਾਨੂੰਨ ਨੂੰ ਤੁਹਾਨੂੰ ਪਤਾ ਅਸੀਂ ਲੈ ਕੇ ਡਿਸਕਸ ਕਰਨੇ ਆ। ਤੇ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਜਿਹੜੀ ਹੈ ਜਰਮਨ ਤੋਂ ਆਈ ਹੈ, ਕਿਉਂਕਿ ਹਰ ਬੰਦਾ ਜਿਤਨੇ ਵੀ ਲੋਕ ਯੂਰਪ ਚ ਆਉਂਦੇ ਨੇ ਹਾਓ ਵੀਜ਼ਾ ਥਰੂ ਆਉਂਦੇ ਨੇ ਜਾਂ ਫਿਰ ਉਹ ਡੰਕੇ ਲਾ ਕੇ ਆਉਂਦੇ ਨੇ, ਉਹਨਾਂ ਦੀ ਬੜੀ ਹਾਬ ਹੁੰਦੇ ਨੇ ਕਿ ਅਸੀਂ ਕਿਸੇ ਤਰੀਕੇ ਜਰਮਨ ਸੈਟਲ ਹੋ ਜਾਈਏ। ਔਰ ਜਰਮਨੀ ਵੀ ਇਸ ਲਿਹਾਜ਼ ਨਾਲ ਹਮੇਸ਼ਾ ਟਫ ਕਾਨੂੰਨ ਲੈ ਕੇ ਆਈ, ਯਾਨੀ ਕਿ ਉਹਨੇ ਵੀ ਗੈਰ ਮੁਲਕਿਆਂ ਨੂੰ ਜਰਮਨ 'ਚ ਸੈਟਲ ਹੋਣ ਦਾ ਕਦੇ ਆਸਾਨ ਤਰੀਕਾ ਯਾਨੀ ਕਿ ਆਸਾਨੀ ਨਾਲ ਸੈਟਲ ਹੋਣ ਨਹੀਂ ਦਿੱਤਾ ਹੈ। ਹੁਣ ਜਰਮਨ 2023 1 ਜਨਵਰੀ ਨੂੰ ਇੱਕ ਨया ਕਾਨੂੰਨ ਉਹਨਾਂ ਦਾ ਲਾਗੂ ਹੋ ਗਿਆ, ਲੈ ਕੇ ਨਹੀਂ ਆਇਆ ਬਲਕਿ ਇਹ ਪਹਿਲੀ ਆਬਜ਼ਰਵੇਸ਼ਨ ਸੀ ਜਿਹੜਾ ਹੁਣ ਲਾਗੂ ਹੋ ਗਿਆ। ਇਸ ਕਾਨੂੰਨ ਦੇ ਮੁਤਾਬਕ ਜਿਤਨੇ ਵੀ ਗੈਰ ਮੁਲਕੀ ਜਿਹੜੇ ਨੇ ਉਹ ਜਰਮਨ 'ਚ ਰਹਿ ਰਹੇ ਨੇ ਹੈ ਉਹਨਾਂ ਕੋਲੇ ਲੀਗਲ ਹੋਣ ਦਾ ਚਾਂਸ ਬਣਿਆ। ਇਸ ਕਾਨੂੰਨ ਨੂੰ ਰਾਈਟ ਆਫ ਰੈਜ਼ੀਡੈਂਸ ਦਾ ਨਾਮ ਦਿੱਤਾ ਗਿਆ ਔਰ ਜਿਤਨੇ ਵੀ ਮਾਈਗ੍ਰੈਂਟਸ ਜਰਮਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਕੋਲੇ ਬੜੇ ਹੀ ਮੌਕੇ ਨੇ ਜਰਮਨ ਪੇਪਰ ਲੈਣ ਦੇ ਹੈ। ਇਸ ਕਾਨੂੰਨ ਦੇ ਨਾਲ ਔਰ ਕਈ ਹੋਰ ਕਾਨੂੰਨਾਂ ਦੇ ਨਾਲ ਬੰਦਿਆਂ ਕੋਲੇ ਚਾਂਸ ਬਣੇਗਾ, ਗੈਰ ਮੁਲਕੀਆਂ ਕੋਲੇ ਚਾਂਸ ਬਣੇਗਾ ਕਿ ਉਹ ਜਰਮਨ ਦੇ ਨਾਰਮਲ ਪੇਪਰ ਵੀ ਲੈ ਲੈਣ ਹੈ ਔਰ ਜਰਮਨ ਦਾ ਪਰਮਾਨੈਂਟ ਕਾਰਡ ਵੀ ਲੈ ਲੈਣ ਹੈ। ਇਹ ਕਾਨੂੰਨ ਜਿਹੜਾ ਇਹ 30 ਦਸੰਬਰ 2022 ਨੂੰ ਸ਼ਾਇਆ ਹੋ ਗਿਆ ਔਰ 1 ਜਨਵਰੀ 2023 ਨੂੰ ਲਾਗੂ ਹੋ ਗਿਆ। ਔਰ ਇਸ ਕਾਨੂੰਨ ਦੇ ਮੁਤਾਬਕ ਤਕਰੀਬਨ ਇਸ ਟਾਈਮ 1,40,000 ਬੰਦਾ ਜਿਹੜਾ ਜਰਮਨ 'ਚ ਰਹਿ ਰਿਹਾ ਹੈ ਟਾਲਰੇਟਿਡ ਸਟੇਟ ਹੈ ਜਾਂ ਜਿਸ ਨੂੰ ਡਲਡਿੰਗ ਕਿਹਾ ਜਾਂਦਾ ਹੈ, ਉਹ ਇਸ ਤੋਂ ਫਾਇਦਾ ਉਠਾ ਸਕਦਾ ਹੈ। ਛੋਟੀਆਂ ਛੋਟੀਆਂ ਰਿਕੁਆਇਰਮੈਂਟਾਂ ਨੇ ਉਹ ਪੂਰੀਆਂ ਕਰਨੀਆਂ ਨੇ ਔਰ ਜਰਮਨ ਦੇ ਪੇਪਰ ਲੈ ਲੈਣੇ ਹੈ। ਇਸ ਤੋਂ ਇਲਾਵਾ 18 ਮਹੀਨੇ ਦਾ ਨਾਰਮਲ ਰੈਜ਼ੀਡੈਂਸ ਕਾਰਡ ਵੀ ਮਿਲੇਗਾ ਔਰ ਉਸ ਦੇ ਬਾਅਦ ਚ ਰਿਨਿਊ ਹੋਣ ਦੇ ਯਾਨੀ ਕਿ ਉਹ ਬਾਅਦ ਚ ਰਿਨਿਊ ਵੀ ਹੋ ਜਾਏਗਾ। ਔਰ ਇਸ ਕਾਨੂੰਨ ਤੋਂ ਫਾਇਦਾ ਉਹ ਵੀ ਬੰਦੇ ਚੁੱਕ ਸਕਣਗੇ ਜਿਹੜੇ 31 ਅਕਤੂਬਰ 2022 ਤੱਕ ਜਿਨ੍ਹਾਂ ਨੂੰ ਜਰਮਨ ਦੇ ਵਿੱਚ 5 ਸਾਲ ਹੋ ਗਏ ਨੇ ਹੈ। ਔਰ ਇਸ ਦੇ ਨਾਲ ਨਾਲ ਉਹਨਾਂ ਦੇ ਕੋਈ ਕ੍ਰਿਮੀਨਲ ਕੇਸ ਕੋਈ ਨਹੀਂ ਹੈ, ਯਾਨੀ ਕਿ ਉਹ ਸਾਫ਼ ਨੇ ਔਰ ਇਸ ਦੇ ਨਾਲ ਉਹ ਜਰਮਨ ਮਾਸ਼ਰੇ ਵਿੱਚ ਜ਼ਮ ਹੋ ਗਏ ਨੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਵੇ ਕਿ ਜਦੋਂ ਵੀ ਕਿਸੇ ਵੀ ਯੂਰਪ ਮੁਲਕ ਜਾਓ ਕੋਸ਼ਿਸ਼ ਕਰੋ ਕਿ ਉੱਥੇ ਦੀ ਜ਼ਬਾਨ ਸਿੱਖਣ ਦੀ ਕੋਸ਼ਿਸ਼ ਕਰੋ, ਉੱਥੇ ਕੋਰਸਿਸ ਕਰਨ ਦੀ ਟਾਈਮ ਮਿਲੇ ਹੈ। ਤੇ ਇਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਜਰਮਨ ਮਾਸ਼ਰੇ 'ਚ ਜ਼ਮ ਹੋਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਉਂਕਿ ਜਦੋਂ ਇਨਸਾਨ ਕੋਸ਼ਿਸ਼ ਕਰਦਾ ਹੈ, ਆਪਣਾ ਕੰਮ ਕਰਦਾ ਹੈ, ਤੇ ਫਿਰ ਇਹਨੂੰ ਇਸ ਲੋਕ ਸਮਝਦੇ ਨੇ ਕਿ ਸਾਡੇ ਮਾਸ਼ਰੇ 'ਚ ਜ਼ਮ ਹੋ ਰਿਹਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਓਵਰਆਲ ਜਿਹੜਾ ਨਾ ਕੋਈ ਡਾਟਾ ਹੈ ਉਹਦੇ ਮੁਤਾਬਕ ਤਕਰੀਬਨ 2.5 ਲੱਖ ਬੰਦਾ ਜਿਹੜਾ ਉਹ ਡਲਡਿੰਗ 'ਤੇ ਬੈਠੇ ਇਸ ਟਾਈਮ ਜਰਮਨ, ਔਰ ਉਹਨਾਂ ਵਿੱਚੋਂ 1,40,000 ਐਸਾ ਬੰਦਾ ਹੈ ਜਿਹਨੂੰ 5 ਸਾਲ ਹੋ ਗਏ ਨੇ ਡਲਡਿੰਗ ਦੇ ਉੱਤੇ ਬੈਠੇ ਆ ਔਰ ਉਹ ਬੰਦੇ ਵੀ ਇਸ ਕਾਨੂੰਨ ਤੋਂ ਫਾਇਦਾ ਚੁੱਕ ਸਕਦੇ ਨੇ ਹੈ। ਇਸ ਤੋਂ ਇਲਾਵਾ ਇਹਨਾਂ ਦੀ ਫਾਰਨ ਮਿਨਿਸਟਰ ਜਿਹੜੀ ਹੈ ਉਹਨੇ ਕਿਹਾ ਹੈ ਕਿ ਇਹ ਸਾਡੀ ਇਮੀਗ੍ਰੇਸ਼ਨ ਦੇ ਕਾਨੂੰਨ 'ਚ ਤਬਦੀਲੀ ਦਾ ਇੱਕ ਬੇਸਿਕ ਮਕਸਦ ਇਹ ਸੀ ਕਿ ਜਿਹੜੇ ਲੋਕ ਜਰਮਨ ਮਾਸ਼ਰੇ ਦੇ ਵਿੱਚ ਮਿਕਸ ਅਪ ਹੋ ਗਏ ਨੇ, ਸਾਡੇ ਮਾਸ਼ਰੇ ਦਾ ਉਹ ਹਿੱਸਾ ਬਣ ਗਏ ਨੇ, ਉਹਨਾਂ ਨੂੰ ਚਾਂਸ ਦਿੱਤਾ ਜਾਏ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਔਰ ਆਪਣੇ ਮੁਸਤਕਬਲ ਨੂੰ ਬਿਹਤਰ ਕਰਨ ਹੈ। ਇਸ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਸਾਲਾਂ ਤੋਂ ਜਰਮਨ ਰਹਿ ਰਹੇ ਨੇ ਔਰ ਹਰ ਵਕਤ ਇੱਕ ਇਨਸਿਕਿਉਰਿਟੀ ਦੀ ਕਫੀਅਤ ਹੈ ਕਿ ਸਾਡਾ ਕੀ ਬਣੇਗਾ, ਸਾਡਾ ਮੁਸਤਕਬਲ ਕੀ ਹੋਵੇਗਾ, ਕਿਆ ਸਾਨੂੰ ਪੇਪਰ ਲੱਭਣਗੇ ਕਿ ਜਰਮਨ ਦੇ ਨਹੀਂ ਲੱਭਣਗੇ, ਅਸੀਂ ਕਿਆ ਸਾਨੂੰ ਡਿਪੋਰਟ ਕੀਤਾ ਜਾਏਗਾ, ਇਹ ਮਸਲਸਲ ਇੱਕ ਇਨਸਿਕਿਉਰਿਟੀ ਦੀ ਕਫੀਅਤ ਹੈ। ਉਸ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਖ਼ਤਮ ਕੀਤਾ ਤਾਂ ਕਿ ਜਿਹੜੇ ਬੰਦੇ ਇਸ ਕੈਟਾਗਰੀ 'ਚ ਫਾਲ ਕਰਨਗੇ ਉਹਨਾਂ ਨੂੰ ਪੇਪਰ ਲੱਭਣਗੇ ਹੈ। ਇਸ ਤੋਂ ਇਲਾਵਾ ਇਹਨਾਂ ਨੇ ਰੈਜ਼ੀਡੈਂਸ ਰੈਗੂਲੇਸ਼ਨ 'ਚ ਇੱਕ ਹੋਰ ਤਬਦੀਲੀ ਕੀਤੀ ਹੈ ਕਿ ਜਿਹੜੇ ਬੰਦੇ ਦੀ ਉਮਰ 27 ਸਾਲ ਜਾਂ ਇਸ ਤੋਂ ਘੱਟ ਹੈ ਔਰ ਉਹ ਵੀ ਜਰਮਨ ਮਾਸ਼ਰੇ ਦੇ ਵਿੱਚ ਸਹੀ ਜ਼ਮ ਹੋ ਗਏ ਨੇ, ਮਿਕਸ ਅਪ ਹੋ ਗਏ ਨੇ ਹੈ, ਉਹਨਾਂ ਨੂੰ ਅੱਗੇ 4 ਸਾਲ ਬਾਅਦ ਰੈਜ਼ੀਡੈਂਸ ਰੈਗੂਲੇਸ਼ਨ 'ਚ ਤਬਦੀਲੀ ਹੁੰਦੀ ਸੀ, ਹੁਣ ਉਹ 3 ਸਾਲ ਬਾਅਦ ਉਹ ਅਪਲਾਈ ਕਰ। ਔਰ ਇਸ ਤੋਂ ਇਲਾਵਾ ਜਿਹੜੇ ਲੋਕ ਜਰਮਨ ਜਾ ਕੇ ਅਸਾਈਲਮ ਕਰਾਉਂਦੇ ਨੇ, ਸਿਆਸੀ ਪਨਾਹ ਦਾ ਕੇਸ ਕਰਾਉਂਦੇ ਨੇ ਜਾਂ ਅਜ਼ੀਲ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਲੈ ਕੇ ਆ ਰਹੇ ਨੇ ਜਰਮਨ ਅਥਾਰਟੀਜ਼। ਹੁਣ ਪਹਿਲੇ ਹਨ ਕੇਸਿਸ ਨਹੀਂ ਹੋਣਗੇ ਕਿ ਬੰਦਾ 2 3 4 ਸਾਲ ਉੱਥੇ ਕੱਢ ਲਿਆ ਹੈ।
ਕਿਉਂਕਿ ਹੁਣ ਉਹਨਾਂ ਦੇ ਕੇਸਾਂ ਦਾ ਵੀ ਬੜੀ ਜਲਦੀ ਫੈਸਲੇ ਕੀਤੇ ਜਾਣਗੇ, ਬੜੇ ਸ਼ਾਰਟ ਟਾਈਮ 'ਚ ਫੈਸਲੇ ਕੀਤੇ ਜਾਣਗੇ। ਕਿਉਂਕਿ ਪਹਿਲੇ ਇਹ ਹੁੰਦਾ ਸੀ ਕਿ ਕੋਈ ਵੀ ਬੰਦਾ ਜਾ ਕੇ ਜਦੋਂ ਵੀ ਕੇਸ ਕਰਦਾ ਸੀ, ਉਹ ਮਿਨੀਮਮ 6 ਮਹੀਨੇ ਤੋਂ ਬਾਅਦ ਕੇਸ 'ਚ 18 ਮਹੀਨੇ ਪਹਿਲਾਂ ਪ੍ਰੋਸੀਜਰ ਚੱਲ ਜਾਂਦਾ ਸੀ, ਅਪੀਲਾਂ ਇਸ ਤੋਂ ਅਲੱਗਾ ਸੀ ਹੈ। ਲੇਕਿਨ ਹੁਣ ਜਰਮਨ ਨੇ ਅਥਾਰਟੀਜ਼ ਨੇ ਇਸ ਚੀਜ਼ ਨੂੰ ਪਾਬੰਦ ਕੀਤਾ ਕਿ ਹੁਣ ਜਿਹੜੇ ਕੋਰਟ ਵਿੱਚ ਵੀ ਜਿਹੜੇ ਕੇਸਿਸ ਜਾਣਗੇ, ਉਹਨਾਂ ਦਾ ਵੀ ਬੜੇ ਹੀ ਸ਼ਾਰਟ ਟਾਈਮ ਵਿੱਚ, ਥੋੜ੍ਹੇ ਜਿਹੇ ਟਾਈਮ ਵਿੱਚ ਉਹਨਾਂ ਦੇ ਵੀ ਫੈਸਲੇ ਆਉਣਗੇ, ਉਹਨਾਂ ਦੇ ਕੇਸਾਂ ਨੂੰ ਮੁਕਾਇਆ ਜਾਏਗਾ ਹੈ। ਕਿਉਂਕਿ 2021 ਦੇ ਵਿੱਚ ਤਕਰੀਬਨ 38% ਬੰਦਿਆਂ ਨੇ ਅਥਾਰਟੀਜ਼ ਦੇ ਫੈਸਲੇ, ਜਿਹੜੇ ਉਹਨਾਂ ਨੇ ਜ਼ੀਲਾਂ ਦੇ ਫੈਸਲੇ ਕੀਤੇ ਸੀ, ਉਹਦੇ ਖਿਲਾਫ ਅਪੀਲਾਂ ਕੀਤੀਆਂ ਸੀ। ਇੱਕ ਹੋਰ ਬੜੀ ਹੀ ਵੱਡੀ ਜਿਹੜੀ ਜਰਮਨ ਵਾਲੇ ਤਬਦੀਲੀ ਲੈ ਕੇ ਆਏ ਨੇ, ਅਸਾਈਲਮ ਦੇ ਪ੍ਰੋਸੈਸ, ਜਿਹੜੇ ਲੋਕ ਸਿਆਸੀ ਪਨਾਹ ਦਾ ਕੇਸ ਜਾ ਕੇ ਕਰਦੇ ਸੀ ਹੈ, ਉਹ ਕੇਸ ਦੀ ਐਪਲੀਕੇਸ਼ਨ ਜਦੋਂ ਤੁਸੀਂ ਅਪਲਾਈ ਕਰਨਾ ਹੁੰਦਾ, ਉਸ ਤੋਂ ਪਹਿਲੇ ਤੁਹਾਨੂੰ ਇੰਡੀਪੈਂਡੈਂਟ ਐਡਵਾਈਸ ਦਿੱਤੀ ਜਾਏਗੀ, ਯਾਨੀ ਕਿ ਤੁਹਾਨੂੰ ਸਮਝਾਇਆ ਜਾਏਗਾ ਤੁਹਾਡੇ ਕੇਸ 'ਚ ਕੀ ਜਾਣ ਹੈ, ਇਹਦਾ ਕੀ ਨਤੀਜਾ ਨਿਕਲ ਸਕਦਾ ਹੈ, ਜਾਂ ਐਪਲੀਕੇਸ਼ਨ ਤੁਹਾਡੇ ਦਾ ਕੀ ਹਿਸਾਬ ਹੈ, ਉਸ ਨੂੰ ਵੀ ਤੁਹਾਨੂੰ ਡਿਟੇਲ ਦੇ ਨਾਲ ਦੱਸਿਆ ਜਾਏਗਾ। ਇਸ ਤੋਂ ਬਾਅਦ ਇੱਕ ਹੋਰ ਬਹੁਤ ਹੀ ਖਤਰਨਾਕ ਤਬਦੀਲੀ ਇਹ ਲੈ ਕੇ ਆਏ ਨੇ ਕਿ ਜਿਹੜਾ ਰੈਗੂਲਰ ਰਿਵਿਊ ਹੁੰਦਾ ਸੀ, ਮਿਸਾਲ ਦੇ ਤੌਰ 'ਤੇ ਕਿਸੇ ਬੰਦੇ ਦਾ ਕੇਸ ਦਾ ਫੈਸਲਾ ਆ ਗਿਆ, ਉਹ ਕਹਿੰਦਾ ਮੈਂ ਜੀ ਮੈਨੂੰ ਨਹੀਂ ਫੈਸਲਾ ਤੁਹਾਡਾ ਠੀਕ ਹੈ, ਮੈਂ ਇਹਦੇ ਖਿਲਾਫ ਅਪੀਲ ਚਾਹੁੰਦਾ। ਇੱਕ ਅਪੀਲ ਦਾ ਰਿਵਿਊ ਹੁੰਦਾ ਕਿ ਤੁਸੀਂ ਦੁਬਾਰਾ ਇਸ ਚੀਜ਼ ਨੂੰ ਚੈੱਕ ਕਰੋ, ਤੇ ਯਾਨੀ ਕਿ ਉਸੇ ਅਥਾਰਟੀਜ਼ ਨੂੰ ਬੰਦਾ ਕਲੇਮ ਕਰਦਾ ਕਿ ਤੁਸੀਂ ਦੁਬਾਰਾ ਇਸ ਕੇਸ ਨੂੰ ਚੈੱਕ ਕਰੋ ਕਿ ਤੁਹਾਡੇ ਕੋਲ ਕੋਈ ਗਲਤੀ ਤਾਂ ਨਹੀਂ। ਉਹ ਜਿਹੜਾ ਆਟੋਮੈਟਿਕਲੀ ਹੁੰਦਾ ਸੀ ਕਿ ਹਰ ਬੰਦਾ ਅਪਲਾਈ ਕਰ ਲੈਂਦਾ ਸੀ, ਉਸ ਚੀਜ਼ ਨੂੰ ਖਤਮ ਕਰ ਦਿੱਤਾ ਗਿਆ। ਹੁਣ ਰੈਵੋਕੇਸ਼ਨ ਅਪੀਲਸ ਵਗੈਰਾ ਜਾਂ ਵਿਦ ਪ੍ਰੋਸੀਜਰ ਵਿਦਡਰਾ ਜਿਹੜਾ ਉਹ ਵੀ ਜਰਮਨ ਅਥਾਰਟੀਜ਼ ਸਪੈਸ਼ਲ ਬੇਸਿਸ ਦੇ ਉੱਤੇ ਕਰਨਗੀਆਂ, ਠੀਕ ਹੈ ਜੀ। ਉਸ ਤੋਂ ਇਲਾਵਾ ਇੱਕ ਹੋਰ ਬੜੀ ਵੱਡੀ ਤਬਦੀਲੀ ਆਈ ਹੈ ਕਿ ਡਿਪੋਰਟ ਦੇ ਲਾਅ ਵਿੱਚ ਇਹਨਾਂ ਨੇ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਹੈ ਕਿ ਇਸ ਤੋਂ ਪਹਿਲੇ ਇਹ ਹੁੰਦਾ ਸੀ ਕਿ ਜਰਮਨ ਅਥਾਰਟੀਜ਼ ਕਿਸੇ ਬੰਦੇ ਨੂੰ ਵੀ ਡਿਪੋਰਟ ਕਰਨਾ ਹੁੰਦਾ ਸੀ ਤੇ ਉਸ ਨੂੰ 3 ਮਹੀਨੇ ਤੱਕ ਆਪਣੀ ਕਸਟਡੀ ਦੇ ਵਿੱਚ ਰੱਖ ਸਕਦੇ ਸੀ, ਜੇਲ੍ਹ 'ਚ ਰੱਖ ਸਕਦੇ ਸੀ, ਉਸ ਤੋਂ ਬਾਅਦ ਡਿਪੋਰਟ ਕਰ ਸਕਦੇ ਸੀ। ਹੁਣ ਇਹਨਾਂ ਨੇ 3 ਮਹੀਨੇ ਤੋਂ ਵਧਾ ਕੇ 6 ਮਹੀਨੇ ਕਰ ਦਿੱਤਾ ਹੈ। ਮਤਲਬ ਕੀ ਹੈ ਕਿ ਅਗਰ ਤੁਸੀਂ ਸਾਡੇ ਮੁਲਕ 'ਚ ਕੋਈ ਛੋਟਾ ਮੋਟਾ ਕ੍ਰਾਈਮ ਕਰੋਗੇ, ਕੋਈ ਨਾ ਕੋਈ ਕ੍ਰਿਮੀਨਲ ਕੰਮ ਕਰੋਗੇ, ਤਾਂ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਅਸੀਂ ਤੁਹਾਨੂੰ ਸਜ਼ਾ ਦੇ ਕੇ ਛੱਡਾਂਗੇ ਹੈ। ਇਹ ਬਹੁਤ ਵੱਡੀ ਤਬਦੀਲੀ ਹੈ, ਇhtiyat ਨਾ ਰਵਿਆ ਕਰੋ ਜਿੱਥੇ ਵੀ ਰਹਿੰਦੇ ਹੋ। ਔਰ ਇਸ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਤਬਦੀਲੀ ਜਿਹੜੇ ਸਕਿਲਡ ਵਰਕਰਸ ਨੇ, ਸਕਿਲਡ ਵਰਕਰਸ ਦਾ ਮਤਲਬ ਹੈ ਵੇ ਕਿ ਜਿਹੜੇ ਲੋਕ ਡਾਕਟਰਸ ਨੇ, ਇੰਜੀਨੀਅਰ ਨੇ, ਜਾਂ ਉਹਨਾਂ ਕੋਲ ਕੋਈ ਨਾ ਕੋਈ ਹੁਨਰ ਹੈ, ਉਹ ਤੇ ਉਸ ਦਾ ਕੋਰਸ ਹੈ, ਔਰ ਉਸ ਬੇਸ 'ਤੇ ਉਹ ਜਰਮਨ ਆਉਂਦੇ ਨੇ। ਉਹਨਾਂ ਵਾਸਤੇ ਵੀ ਕਾਨੂੰਨ ਆਸਾਨ ਕੀਤਾ ਔਰ ਉਹਨਾਂ ਨੂੰ, ਕਿਉਂਕਿ ਜਰਮਨ ਦੇ ਵਿੱਚ ਬੰਦਿਆਂ ਦੀ ਸ਼ਾਰਟੇਜ ਹੋ ਗਈ ਹੈ ਔਰ ਜਰਮਨ ਚਾਹੁੰਦਾ ਕਿ ਸਾਡੇ ਕੋਲ ਜ਼ਿਆਦਾ ਬੰਦੇ ਆਉਣ ਹੈ, ਇਸ ਵਾਸਤੇ ਉਹਨਾਂ ਨੂੰ ਵੀ ਆਸਾਨੀ ਦਿੱਤੀ ਗਈ। ਔਰ ਬਹੁਤ ਵੱਡੀ ਜਿਹੜੀ ਤਬਦੀਲੀ ਲਾਜ ਕੀਤੀ ਗਈ ਹੈ, ਔਰ ਉਹ ਇਹ ਕੀਤੀ ਗਈ ਹੈ ਕਿ ਅੱਗੇ ਹੁੰਦਾ ਸੀ ਕਿ ਕੋਈ ਵੀ ਬੰਦਾ ਜਿਹਦੇ ਕੋਲ ਜਰਮਨ ਡਾਕੂਮੈਂਟਸ ਨੇ, ਉਹ ਆਪਣੀ ਫੈਮਿਲੀ ਨੂੰ ਬੁਲਾਉਣਾ ਚਾਹੁੰਦਾ ਸੀ ਪਾਕਿਸਤਾਨ, 20 ਬੱਚਿਆਂ ਨੂੰ, ਤੇ ਜਿਹੜੇ ਵੀ ਅਡਲਟਸ ਹੁੰਦੇ ਸੀ ਉਹਨਾਂ ਵਾਸਤੇ ਜਰਮਨ ਲੈਂਗੁਏਜ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਸੀ। ਉਹ ਵਿਚਾਰੇ ਸਾਡੀਆਂ ਬੀਬੀਆਂ ਉੱਥੇ ਫਿਰ ਜਾ ਕੇ ਲੈਂਗੁਏਜ ਸਿੱਖਦੀਆਂ ਰਹਿੰਦੀਆਂ ਸੀ ਹੈ ਕਿ ਸਰਟੀਫਿਕੇਟ ਲੈਣ ਵਾਸਤੇ, ਉਹਨੂੰ ਖਤਮ ਕਰ ਦਿੱਤਾ, ਹੁਣ ਲੈਂਗੁਏਜ ਦੀ ਜ਼ਰੂਰਤ ਨਹੀਂ ਹੈ। ਔਰ ਆਖਰੀ ਇੰਪੋਰਟੈਂਟ ਚੀਜ਼ ਅਸਾਈਲਮ ਵਾਲਿਆਂ ਵਾਸਤੇ ਕਿ ਇਸ ਤੋਂ ਪਹਿਲੇ ਹੁੰਦਾ ਸੀ ਕਿ ਅਸਾਈਲਮ ਜਿਹੜੇ ਬੰਦਾ ਅਪਲਾਈ ਕਰਦਾ ਸੀ ਉਹਨੂੰ ਛੋਟੇ ਮੋਟੇ ਕੋਰਸ ਦੀ ਇਜਾਜ਼ਤ ਹੁੰਦੀ ਸੀ, ਲੇਕਿਨ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਹੁਣ ਉਹਨਾਂ ਨੂੰ ਇੱਕ ਸਪੈਸ਼ਲ ਇੰਟੀਗ੍ਰੇਸ਼ਨ ਕੋਰਸਿਸ ਔਰ ਪ੍ਰੋਫੈਸ਼ਨਲ ਲੈਂਗੁਏਜ ਕੋਰਸਿਸ ਵਾਸਤੇ ਵੀ ਉਹ ਅਪਲਾਈ ਕਰ ਸਕਦੇ ਨੇ, ਉਹਨਾਂ ਨੂੰ ਕਰ ਸਕਦੇ ਨੇ। ਪ੍ਰੋਫੈਸ਼ਨਲ ਲੈਂਗੁਏਜ ਕੋਰਸ ਇੱਕ ਛੋਟਾ ਲੈਂਗੁਏਜ ਕੋਰਸ ਹੈ, ਪ੍ਰੋਫੈਸ਼ਨਲ ਲੈਵਲ 'ਤੇ ਜੇ ਬੰਦਾ ਜਾਂਦਾ ਹੈ ਨਾ, ਤੇ ਉਹ ਵੀ ਕਰ ਸਕਦਾ ਹੈ। ਇਹ ਬਹੁਤ ਵੱਡੀ ਅਪਰਚੂਨਿਟੀ ਨੇ ਜਿਹੜੇ ਲੋਕ ਜਰਮਨ ਰਹਿ ਰਹੇ ਨੇ ਹੈ। ਬਾਕੀ ਜਿਉਂਦੇ ਵਸਦੇ ਰਿਹਾ ਕਰੋ ਹੈ, ਅਸੀਂ ਛੋਟੀ ਮੋਟੀ ਜਿਹੜੀ ਵੀ ਚੀਜ਼ ਹੋਵੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੇ ਆ, ਤਾਂ ਕਿ ਹਰ ਬੰਦਾ ਇਨ ਟੱਚ ਰਵੇ, ਜੋ ਬੰਦਾ ਯੂਰਪ ਆ ਰਿਹਾ, ਜੋ ਰਹਿ ਰਿਹਾ, ਠੀਕ ਹੈ। ਨਾਲੇ ਸਾਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਹੈ, ਮੈਂ ਕਹਿੰਦਾ ਤੇ ਘੱਟ ਹੀ ਹਾਂ, ਲੇਕਿਨ ਉਹਦਾ ਫਾਇਦਾ ਇਹ ਹੋਵੇਗਾ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਮਿਲੇਗੀ, ਨੋਟੀਫਿਕੇਸ਼ਨ ਤੁਹਾਨੂੰ ਮਿਲੇਗਾ, ਔਰ ਸਾਡੇ ਵੀ ਵਿਊਵਰਸ ਹਿਸਾਬ ਨਾਲ ਬਣਨਗੇ। ਚਲੋ ਸਾਡੀ ਵੀ ਹੌਸਲਾ ਅਫਜ਼ਾਈ ਹੁੰਦੀ ਰਹਿੰਦੀ ਹੈ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹ ਠੀਕ ਹੈ, ਲੋਕ ਇਹਨੂੰ ਪਸੰਦ ਕਰ ਰਹੇ ਨੇ ਹੈ। ਬਹੁਤ ਬਹੁਤ ਸ਼ੁਕਰੀਆ, ਜਿੱਥੇ ਵੀ ਰਹੋ ਹੱਸਦੇ ਵਸਦੇ ਰਹੋ, ਆਬਾਦ ਰਹੋ, ਰੱਬ ਤੁਹਾਨੂੰ ਸੌਖਿਆਂ ਰੱਖੇ। ਅੱਲਾ ਹਾਫਿਜ਼।